ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਟ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ। ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਾਂਗੇ ਹੁਣ ਤੱਕ ਦੀਆਂ ਮੁੱਖ ਤੇ ਸਿਆਸੀ ਖਬਰਾਂ ਦੇ ਉੱਤੇ। ਸਭ ਤੋਂ ਪਹਿਲਾਂ ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਕੇ ਰੱਖ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਤੇ ਚਰਚਾ ਕਰਾਂਗੇ। ਤੇ ਨਾਲ ਹੀ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਸਿਆਸੀ ਪਾਰਟੀਆਂ ਨੂੰ ਚੋਣਾਂ ਸੰਬੰਧੀ ਕਿਸ ਤਰ੍ਹਾਂ ਦੀਆਂ ਰਿਆਇਤਾਂ ਦਿੱਤੀਆਂ ਗਈਆਂ ਨੇ ਤੇ ਉਸ ਦੇ ਵਿੱਚ ਸਿਆਸੀ ਪਾਰਟੀਆਂ ਸੰਤੁਸ਼ਟ ਹਨ ਜਾਂ ਨਹੀਂ, ਇਸ ਤੇ ਵੀ ਚਰਚਾ ਹੋਏਗੀ। ਤੇ ਉਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਨੇ ਸੰਯੁਕਤ ਸਮਾਜ ਮੋਰਚੇ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। 2022 ਦੀਆਂ ਚੋਣਾਂ ਦੇ ਵਿੱਚ ਸਮਾਜ ਮੋਰਚੇ ਤੇ ਇਸ ਦਾ ਕਿੰਨਾ ਕੁ ਅਸਰ ਦਿਖਾਈ ਦੇਵੇਗਾ, ਉਸ ਤੇ ਵੀ ਚਰਚਾ ਕਰਾਂਗੇ। ਤੇ ਇਸ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਨੇ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਜੀ, ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ। बहुत बहुत शुक्रिया, मेहरबानी, धन्यवाद गुरप्रीत जी। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ, ਜਿਸ ਤਰ੍ਹਾਂ ਕਾਂਗਰਸ ਨੇ ਪਹਿਲੀ ਸੂਚੀ ਜਿਹੜੀ ਜਾਰੀ ਕੀਤੀ ਹੈ ਤਾਂ ਲੱਗ ਰਿਹਾ ਸੀਗਾ ਕਿ ਜ਼ਿਆਦਾ ਵੱਡਾ ਧਮਾਕਾ ਹੋ ਸਕਦਾ ਹੈ। ਪਹਿਲੀ ਸੂਚੀ ਜਾਰੀ ਕਰਨ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੇਗੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ 'ਚ ਜਾ ਸਕਦੇ ਨੇ ਤੇ ਥੋੜ੍ਹੇ ਬਹੁਤੇ ਭਾਜਪਾ 'ਚ ਵੀ ਜਾ ਸਕਦੇ ਨੇ। ਤਾਂ ਕਿਤੇ ਨਾ ਕਿਤੇ ਲੱਗ ਰਿਹਾ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਲਿਸਟ ਤੋਂ ਬਾਅਦ ਵੱਡਾ ਝਟਕਾ ਲੱਗਿਆ ਹੈ। बिल्कुल ਆਪਾਂ ਕਹਿ ਸਕਦੇ ਹਾਂ ਕਿ ਬਹੁਤ ਫੂਕ ਕੇ ਕਦਮ ਰੱਖੇ ਹੈ ਹਾਈ ਕਮਾਂਡ ਨੇ। ਖਾਸ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਦੇ ਜਿੰਨੇ ਵੀ ਵੱਡੇ ਲੀਡਰ ਨੇ, ਜਿਨ੍ਹਾਂ ਦੇ ਵਿੱਚ ਚੰਨੀ ਸਾਹਿਬ ਵੀ ਸ਼ਾਮਲ ਸੀਗੇ ਉਸ ਚੋਣ ਕਮੇਟੀ ਦੇ ਵਿੱਚ, ਔਰ ਨਵਜੋਤ ਸਿੰਘ ਸਿੱਧੂ ਹੋਰੀ ਵੀ ਸ਼ਾਮਲ ਸੀਗੇ, ਹਰੀਸ਼ ਚੌਧਰੀ ਹੋਰੀ ਵੀ ਸ਼ਾਮਲ ਸੀਗੇ, ਇਸੇ ਤਰ੍ਹਾਂ ਹੋਰ ਜਿਹੜੇ ਵੱਡੇ ਲੀਡਰ ਨੇ, ਸੁਨੀਲ ਜਾਖੜ ਹੋਰੀ, ਇਹਨਾਂ ਸਾਰਿਆਂ ਨੇ ਬਹੁਤ ਸੋਚ ਸਮਝ ਕੇ ਫੈਸਲਾ ਲਿਆ ਔਰ ਉਹਨਾਂ ਲੋਕਾਂ ਦੀਆਂ ਹੀ ਟਿਕਟਾਂ ਕੱਟੀਆਂ ਨੇ ਜਿਹੜੇ ਕਿ ਬਿਲਕੁਲ ਉਹਨਾਂ ਨੂੰ ਲੱਗਦਾ ਸੀਗਾ ਕਿ ਬਹੁਤਾ ਉਹਨਾਂ ਦੇ ਨਾਲ ਅਸਰ ਨਹੀਂ ਪਏਗਾ। ਖਾਸ ਤੌਰ ਤੇ ਮੋਗਾ ਤੋਂ ਟਿਕਟ ਕੱਟੀ ਗਈ ਹੈ, ਇਸੇ ਤਰ੍ਹਾਂ ਮਲੋਟ ਤੋਂ ਭੱਟੀ ਸਾਹਿਬ ਦੀ ਜਿਹੜੀ ਹੈਗੀ ਟਿਕਟ ਕੱਟੀ ਗਈ ਹੈ, ਔਰ ਕੁਝ ਇਦਾਂ ਦੇ ਹੀ ਲੋਕ ਨੇ ਜਿਨ੍ਹਾਂ ਨੂੰ ਉਹਨਾਂ ਨੂੰ ਲੱਗਦਾ ਹੈ ਕਿ ਮਾਨਸਾ ਤੋਂ ਜਿਵੇਂ ਮਾਨਸ਼ਾਹੀਆ ਸਾਹਿਬ ਨੇ, ਉਹਨਾਂ ਦੀ ਟਿਕਟ ਜਿਹੜੀ ਹੈਗੀ ਕੱਟ ਦਿੱਤੀ ਗਈ ਹੈ। ਸੋ ਕਹਿਣ ਦਾ ਮਤਲਬ ਹੈ ਕਿ ਹੁਣ ਇੰਨਾ ਕੋਈ ਖਲਾਰਾ ਜਿਹੜਾ ਪੈਣ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਸੀ ਕਿਸੇ ਵੇਲੇ ਕਾਂਗਰਸ ਦੇ ਵਿੱਚ ਕਿ ਸ਼ਾਇਦ ਜਦੋਂ ਪਹਿਲੀ ਸੂਚੀ ਆਏਗੀ ਤਾਂ ਬਹੁਤ ਵੱਡਾ ਖਲਾਰਾ ਜਿਹੜਾ ਹੈਗਾ ਪਏਗਾ। ਨਵੀਆਂ ਜਿਹੜੀਆਂ ਜਦੋਂ ਟਿਕਟਾਂ ਦਿੱਤੀਆਂ ਜਾਣਗੀਆਂ ਤਾਂ ਇਹ ਗੱਲ ਕਾਫੀ ਜਿਹੜੀ ਹੈਗੀ ਹੈ ਨਿਕਲ ਕੇ ਸਾਹਮਣੇ ਆ ਰਹੀ ਸੀ ਬਾਹਰ ਕਿ ਸ਼ਾਇਦ ਨਵੇਂ ਲੋਕਾਂ ਨੂੰ ਜ਼ਿਆਦਾ ਜਿਹੜਾ ਹੈਗਾ ਤਵੱਜੋ ਦਿੱਤੀ ਜਾਏਗੀ। ਪਰ ਆਪਾਂ ਕੀ ਦੇਖਿਆ ਕਿ ਲਗਾਤਾਰ ਆਪਾਂ ਦੇਖਿਆ ਕਿ ਬਹੁਤੇ ਪੁਰਾਣੇ ਬੰਦੇ ਹੀ ਜਿਹੜੇ ਨੇ ਵਿਧਾਇਕ, ਉਹਨਾਂ ਨੂੰ ਹੀ ਰੱਖਿਆ ਗਿਆ ਤਾਂ ਕਿ ਵੱਡੀ ਬਗਾਵਤ ਤੋਂ ਬਚਿਆ ਜਾ ਸਕੇ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੈਪਟਨ ਸਾਹਿਬ ਨੂੰ ਬਹੁਤ ਵੱਡਾ ਝਟਕਾ ਲੱਗ ਸਕਦਾ ਹੈ, ਕਿਉਂਕਿ ਉਹਨਾਂ ਨੂੰ ਪੂਰੀ ਉਮੀਦ ਸੀ ਕਿ ਕਾਂਗਰਸ ਦੇ ਵਿੱਚੋਂ ਬੰਦੇ ਟੁੱਟ ਕੇ ਜਿਹੜਾ ਹੈਗਾ ਮੇਰੇ ਨਾਲ ਆ ਜਾਣਗੇ, ਮੈਂ ਬੀਜੇਪੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਾਵਾਂਗਾ ਜਾਂ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਾ ਲਾਂਗਾ ਔਰ ਕਾਂਗਰਸ ਦਾ ਜਿਹੜਾ ਹੈਗਾ ਸਫਾਇਆ ਹੋ ਜਾਏਗਾ। ਪਰ ਇਸ ਕਿਸਮ ਦੀਆਂ ਸੰਭਾਵਨਾਵਾਂ ਬਹੁਤੀਆਂ ਨਜ਼ਰ ਨਹੀਂ ਆ ਰਹੀਆਂ। ਹਾਂ, ਕਈ ਥਾਵਾਂ ਦੇ ਉੱਤੇ ਜ਼ਰੂਰ ਜਿਹੜਾ ਹੈਗਾ ਕਹਿ ਸਕਦੇ ਹਾਂ ਕਿ ਇੱਕ ਬਗਾਵਤ ਦਾ ਸੁਰ ਵੇਖਣ ਨੂੰ ਮਿਲ ਰਿਹਾ ਹੈ, ਪਰ ਉਹਦੇ ਨਾਲ ਕੋਈ ਬਹੁਤਾ ਫਰਕ ਜਿਹੜਾ ਹੈਗਾ ਨਹੀਂ ਪੈਂਦਾ ਨਜ਼ਰ ਆ ਰਿਹਾ ਔਰ ਕੈਪਟਨ ਸਾਹਿਬ ਦਾ ਜਾਂ ਬੀਜੇਪੀ ਦਾ ਕੋਈ ਬਹੁਤਾ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ। ਸੋ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਸੁਪਨੇ ਜਿਹੜੇ ਸੀਗੇ ਕੈਪਟਨ ਸਾਹਿਬ ਦੇ ਉਹ ਧਰੇ ਧਰਾਏ ਰਹਿ ਗਏ ਨੇ ਔਰ ਹੁਣ ਨਵੀਂ ਸਟ੍ਰੈਟਜੀ ਕੀ ਅਪਣਾਉਂਦੇ ਨੇ ਕੈਪਟਨ ਸਾਹਿਬ, ਇਹ ਹੁਣ ਸਮਾਂ ਦੱਸੇਗਾ। ਪਰ ਫਿਲਹਾਲ ਜਿਹੜੀ ਪਹਿਲੀ ਲਿਸਟ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੈਪਟਨ ਸਾਹਿਬ ਦੇ ਜਿਹੜੇ ਜੋ ਇੱਛਾਵਾਂ ਸੀਗੀਆਂ, ਜੋ ਉਹਨਾਂ ਨੂੰ ਲੱਗਦਾ ਸੀਗਾ ਕਿ ਕਾਂਗਰਸ ਨੂੰ ਮੈਂ ਵੱਡਾ ਝਟਕਾ ਦੇ ਕੇ ਜਾਵਾਂਗਾ, ਉਹ ਝਟਕਾ ਜਿਹੜਾ ਹੈਗਾ ਉਹ ਨਹੀਂ ਦੇ ਸਕੇ ਔਰ ਇਸ ਕਰਕੇ ਹੁਣ ਨਵੀਂ ਸਟ੍ਰੈਟਜੀ ਕੈਪਟਨ ਸਾਹਿਬ ਜਾਂ ਬੀਜੇਪੀ ਕੀ ਅਪਣਾਏਗੀ ਇਹ ਹੁਣ ਸਮਾਂ ਹੀ ਦੱਸੇਗਾ। ਜੀ ਗੁਰਪ੍ਰੀਤ ਜੀ। ਬਿਲਕੁਲ ਡਾਕਟਰ ਸਾਹਿਬ, ਤੇ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸੁਨੀਲ ਜਾਖੜ ਤੇ ਬ੍ਰਹਮ ਮਹਿੰਦਰਾ ਨੇ ਜਿਹੜੇ ਉਹ ਚੋਣ ਨਹੀਂ ਲੜਨਗੇ, ਉਹਨਾਂ ਨੇ ਫੈਸਲਾ ਲਿਆ ਹੈ। ਕੀ ਲੱਗਦਾ ਹੈ ਕਿ ਦੋ ਵੱਡੇ ਚਿਹਰੇ ਨੇ ਪੰਜਾਬ ਕਾਂਗਰਸ ਦੇ ਵਿੱਚ ਤੇ ਇਸ ਦਾ ਪਾਰਟੀ ਨੂੰ ਕਿੰਨਾ ਕੁ ਨੁਕਸਾਨ ਹੋਏਗਾ? ਗੁਰਪ੍ਰੀਤ ਜੀ, ਦੇਖੋ ਕਾਂਗਰਸ ਨੇ ਜਿਹੜੇ ਕੁਝ ਨਿਯਮ ਅਪਣਾਏ ਨੇ, ਕੁਝ ਅਸੂਲ ਇਸ ਵਾਰੀ ਜਿਹੜੇ ਨੇ ਜ਼ਰੂਰ ਉਹ ਦਿਖਾਈ ਦੇ ਰਹੇ ਨੇ। ਖਾਸ ਤੌਰ ਤੇ ਇੱਕ ਪਰਿਵਾਰ ਦੇ ਵਿੱਚੋਂ ਇੱਕੋ ਹੀ ਟਿਕਟ ਜਿਹੜੀ ਹੈਗੀ ਹੈ ਦਿੱਤੀ ਜਾਵੇਗੀ, ਇਹਦੇ ਉੱਤੇ ਇਸ ਅਸੂਲ ਦੇ ਉੱਤੇ ਖੜਦੀ ਨਜ਼ਰ ਆ ਰਹੀ ਹੈ। ਹਾਂ, ਭਵਿੱਖ ਦੇ ਵਿੱਚ ਕੀ ਕੋਈ ਹੋ ਸਕਦਾ ਹੈ ਕਿ ਇਸ ਦੇ ਵਿੱਚ ਬਦਲਾਅ ਹੋ ਜਾਏ, ਪਰ ਫਿਲਹਾਲ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਬ੍ਰਹਮ ਮਹਿੰਦਰਾ ਹੋਰੀ, ਉਹਨਾਂ ਨੇ ਆਪਣੇ ਸੁਪੁੱਤਰ ਨੂੰ ਯਾਨੀ ਕਿ ਆਪਣੇ ਬੇਟੇ ਨੂੰ ਉਹਨਾਂ ਨੇ ਪਟਿਆਲਾ 2 ਤੋਂ ਜਿਹੜੀ ਹੈਗੀ ਆ ਪਟਿਆਲਾ ਦਿਹਾਤੀ ਤੋਂ ਟਿਕਟ ਦਵਾਈ ਹੈ
ਔਰ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਬ੍ਰਹਮਿੰਦਰਾ ਜੀ ਦੀ ਹੁਣ ਉਮਰ ਵੀ ਜਿਹੜੀ ਹੈਗੀ ਆ ਸਾਥ ਨਹੀਂ ਦੇ ਰਹੀ, ਇਸ ਕਰਕੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀ ਜਿਹੜੀ ਬਿਮਾਰੀ ਹੈ ਉਹ ਵੀ ਸਾਹਮਣੇ ਆਈ ਹੈ ਔਰ ਇਹ ਵੀ ਕਾਰਨ ਹੋ ਸਕਦਾ ਹੈ ਕਿ ਉਹ ਖੁਦ ਟਿਕਟ ਨਹੀਂ ਲੈ ਰਹੇ। ਇਸੇ ਤਰ੍ਹਾਂ ਸੁਨੀਲ ਜਾਖੜ ਜੀ ਹੋਰੀ ਜਿਹੜੇ ਨੇ ਉਹ ਆਪਣੇ ਭਤੀਜੇ ਨੂੰ ਟਿਕਟ ਉਹਨਾਂ ਨੇ ਦਵਾਈ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਹ ਜਿਹੜਾ ਫਾਰਮੂਲਾ ਅਪਣਾ ਰਹੀ ਹੈ ਕਾਂਗਰਸ ਇਸ ਵੇਲੇ, ਉੱਥੋਂ ਕਾਫੀ ਗੱਲਾਂ ਜਿਹੜੀਆਂ ਨੇ ਉਹ ਚੰਗੀਆਂ ਜਿਹੜੀਆਂ ਨੇ ਉਹਦੇ ਲਈ ਸਾਬਤ ਹੋ ਰਹੀਆਂ ਨੇ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜੇਕਰ ਇਸ ਫਾਰਮੂਲੇ ਦੇ ਉੱਤੇ ਖੜਦੀ ਹੈ ਕਾਂਗਰਸ, ਬਾਕੀ ਜਿਹੜੀਆਂ ਜਦੋਂ ਟਿਕਟਾਂ ਵੱਡੀਆਂ ਜਾਣਗੀਆਂ ਤਾਂ ਇਹਦੇ ਨਾਲ ਵੀ ਜਿਹੜਾ ਹੈਗਾ ਕਾਂਗਰਸ ਨੂੰ ਕਿਤੇ ਨਾ ਕਿਤੇ ਫਾਇਦਾ ਹੁੰਦਾ ਨਜ਼ਰ ਆਏਗਾ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਆਪਾਂ ਸਾਰੇ ਜਾਣਦੇ ਆ ਕਿ ਉਹ ਵੀ ਆਪਣੀ ਪਤਨੀ ਨੂੰ ਟਿਕਟ ਨਹੀਂ ਦਿਵਾ ਰਹੇ ਜਾਂ ਆਪਣੇ ਬੇਟੇ ਨੂੰ ਅੱਗੇ ਨਹੀਂ ਲੈ ਕੇ ਆ ਰਹੇ। ਸੋ ਜੇਕਰ ਇਹ ਗੱਲ ਲਾਗੂ ਹੁੰਦੀ ਆ ਕਾਂਗਰਸ ਦੇ ਉੱਤੇ ਤਾਂ ਇਸ ਸਾਰੀ ਚੀਜ਼ ਦੇ ਨਾਲ ਕਾਂਗਰਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਫਾਇਦਾ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਇੱਕ ਪਰਿਵਾਰ ਇੱਕੋ ਟਿਕਟ ਦਾ ਫਾਰਮੂਲਾ ਜਿਹੜਾ ਹੈਗਾ ਉਹ ਫਿਲਹਾਲ ਦਿਖਾਈ ਦੇ ਰਿਹਾ ਹੈ ਇਸ ਲਿਸਟ ਦੇ ਵਿੱਚ। ਸੋ ਸੰਭਾਵਨਾਵਾਂ ਨੇ ਕਿ ਅਗਲੀਆਂ ਜਿਹੜੀਆਂ ਲਿਸਟਾਂ ਆਉਣਗੀਆਂ ਕਾਂਗਰਸ ਦੀਆਂ, ਜਿਹੜੇ ਬਾਕੀ ਉਮੀਦਵਾਰ ਰਹਿ ਗਏ ਉਹਨਾਂ ਦੇ ਵਿੱਚ ਵੀ ਇਹ ਫਾਰਮੂਲਾ ਜਿਹੜਾ ਹੈਗਾ ਲਾਗੂ ਕੀਤਾ ਜਾਵੇਗਾ। ਜੀ ਗੁਰਪ੍ਰੀਤ ਜੀ। ਤੇ ਜਿਸ ਤਰ੍ਹਾਂ ਇਸ ਵਾਰ 4 ਵਿਧਾਇਕ ਪਹਿਲੀ ਲਿਸਟ ਦੇ ਵਿੱਚ ਕਰੀਬ 4 ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ। ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਉਸ ਨੂੰ ਮੈਦਾਨ 'ਚ ਉਤਾਰਿਆ ਗਿਆ ਤੇ ਉਧਰ ਮਾਲਵਿਕਾ ਸੂਦ ਦੀ ਗੱਲ ਕਰੀਏ ਕਿਉਂਕਿ ਕਲਾਕਾਰ ਨੇ, ਤਾਂ ਕੀ ਲੱਗਦਾ ਹੈ ਕਿ ਜਿਹੜੇ ਪਹਿਲਾਂ ਕੰਮ ਕਰ ਰਹੇ ਸੀਗੇ ਵਿਧਾਇਕ ਤਾਂ ਉਹਨਾਂ ਦੀ ਟਿਕਟ ਕੱਟੇ ਜਾਣਾ ਤੇ ਨਵੇਂ ਚਿਹਰੇ ਮੈਦਾਨ 'ਚ ਉਤਾਰਨਾ, ਹਾਲਾਂਕਿ ਕਲਾਕਾਰ ਨੇ ਕਾਫੀ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਪਾਰਟੀ ਨੂੰ ਇਸ ਦੇ ਨਾਲ ਕਿੰਨੀ ਕੁ ਮਜ਼ਬੂਤੀ ਮਿਲਦੀ ਵਿਖਾਈ ਦੇਵੇਗੀ, ਕੀ ਸਮਝਦੇ ਹੋ ਤੁਸੀਂ? ਪਾਰਟੀ ਨਾਲੋਂ ਗੁਰਪ੍ਰੀਤ ਜੀ ਜ਼ਿਆਦਾ ਮੈਨੂੰ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮਜ਼ਬੂਤੀ ਮਿਲਦੀ ਦਿਖਾਈ ਦੇ ਰਹੀ ਹੈ ਕਿਉਂਕਿ ਜੇਕਰ ਆਪਾਂ ਗੱਲ ਕਰਦੇ ਹਾਂ ਮੂਸੇਵਾਲੇ ਦੀ, ਉਹਨੂੰ ਵੀ ਉਹ ਨਵਜੋਤ ਸਿੰਘ ਸਿੱਧੂ ਜੀ ਲੈ ਕੇ ਆਏ ਸੀਗੇ। ਇਸੇ ਤਰ੍ਹਾਂ ਮਾਲਵਿਕਾ ਸੂਦ ਹੋਰਾਂ ਨੂੰ ਉਹਨਾਂ ਨੇ ਲਿਆਂਦਾ ਸੀਗਾ, ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਸੀਗਾ। ਹਾਲਾਂਕਿ ਕਿਸੇ ਵੇਲੇ ਚਰਚੇ ਸੀਗੇ ਕਿ ਸੂਦ ਪਰਿਵਾਰ ਜਾਂ ਮਾਲਵਿਕਾ ਸੂਦ ਜੀ ਆਮ ਆਦਮੀ ਪਾਰਟੀ 'ਚ ਜਾ ਸਕਦੇ ਨੇ, ਪਰ ਕਿਵੇਂ ਨਾ ਕਿਵੇਂ ਉਹਨਾਂ ਨੇ ਕੋਸ਼ਿਸ਼ ਕੀਤੀ, ਨਵਜੋਤ ਸਿੰਘ ਸਿੱਧੂ ਦੀ ਮਿਹਨਤ ਰੰਗ ਲਿਆਈ ਔਰ ਉਹਨਾਂ ਨੇ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹਨਾਂ ਸਾਰੇ ਲੀਡਰਾਂ ਨੂੰ ਸ਼ਾਮਲ ਕਰਵਾਇਆ। ਇਸ ਤੋਂ ਇਲਾਵਾ ਜਦੋਂ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਲੋਕਾਂ ਨੂੰ ਥਾਪੜਾ ਦਿੱਤਾ ਸੀਗਾ ਕਿ ਭਾਈ ਤੁਸੀਂ ਚਿੰਤਾ ਨਾ ਕਰੋ, ਮੈਂ ਤੁਹਾਡੇ ਪਿੱਠ ਦੇ ਪਿੱਛੇ ਆ ਔਰ ਤੁਸੀਂ ਚਿੰਤਾ ਨਹੀਂ ਕਰਨੀ, ਤੁਹਾਡੀ ਟਿਕਟ ਜਿਹੜੀ ਹੈਗੀ ਪੱਕੀ ਹੈ। ਔਰ ਚਾਹੇ ਉਹ ਸਨੌਰ ਦੀ ਗੱਲ ਹੋਵੇ ਚਾਹੇ ਘਨੌਰ ਤੋਂ ਗੱਲ ਹੋਵੇ, ਉਹਨਾਂ ਨੇ ਯਾਨੀ ਕਿ ਜਿਹੜੇ ਵੀ ਉਮੀਦਵਾਰਾਂ ਨੂੰ ਥਾਪੜਾ ਦਿੱਤਾ ਨਵਜੋਤ ਸਿੰਘ ਸਿੱਧੂ ਨੇ, ਉਹਨਾਂ ਨੂੰ ਟਿਕਟ ਮਿਲੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਇਸ ਲਿਸਟ ਦੇ ਵਿੱਚ ਕਾਫੀ ਜਿਹੜੀ 65 ਹੈ ਉਹ ਬਣਦੀ ਦਿਖਾਈ ਦਿੱਤੀ ਹੈ। ਸੋ ਉਮੀਦ ਹੈ ਕਿ ਅਗਲੀਆਂ ਜਿਹੜੀਆਂ ਲਿਸਟਾਂ ਆਉਣਗੀਆਂ ਉਹਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਦਾ ਸਿੱਕਾ ਚੱਲੇਗਾ ਔਰ ਨਵਜੋਤ ਸਿੰਘ ਸਿੱਧੂ ਕਿਉਂਕਿ ਹੁਣ ਵੱਡੇ ਲੀਡਰ ਦੇ ਤੌਰ ਤੇ ਪੰਜਾਬ ਦੇ ਵਿੱਚ ਸਾਹਮਣੇ ਆ ਰਹੇ ਨੇ ਔਰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਵੀ ਉਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਅੱਗੇ ਲਿਆਂਦਾ ਜਾਏਗਾ। ਜੇਕਰ ਇਹ ਹੁੰਦਾ ਹੈ ਤਾਂ ਲਾਜ਼ਮੀ ਤੌਰ ਤੇ ਕਾਂਗਰਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਫਾਇਦਾ ਹੋ ਸਕਦਾ ਹੈ। ਔਰ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਪਹਿਲੀ ਲਿਸਟ ਜਾਰੀ ਹੋਈ ਹੈ ਇਹਦੇ ਵਿੱਚ ਛਾਪ ਜਿਹੜੀ ਹੈਗੀ ਹੈ ਉਹ ਸਿੱਧੇ ਤੌਰ ਤੇ ਤੁਹਾਨੂੰ ਵਿਖਾਈ ਦੇ ਰਹੀ ਹੈ। ਸੋ ਉਮੀਦ ਹੈ ਕਿ ਨਵਜੋਤ ਸਿੰਘ ਸਿੱਧੂ ਜਿਸ ਕਿਸਮ ਦੇ ਨਾਲ ਅੱਗੇ ਆ ਰਹੇ ਨੇ ਔਰ ਪਾਰਟੀ ਦੇ ਵਿੱਚ ਕੰਮ ਕਰਦੇ ਦਿਖਾਈ ਦਿੰਦੇ ਨੇ, ਖਾਸ ਤੌਰ ਤੇ ਪੰਜਾਬ ਮਾਡਲ ਨੂੰ ਲੈ ਕੇ ਉਹ ਗੱਲਬਾਤ ਲਗਾਤਾਰ ਕਰਦੇ ਨਜ਼ਰ ਆਏ ਨੇ, ਤਾਂ ਉਹਦੇ ਨਾਲ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਭਰੋਸਾ ਜਤਾਉਂਦੇ ਵੀ ਨਜ਼ਰ ਆ ਰਹੇ ਨੇ ਔਰ ਇੱਥੋਂ ਤੱਕ ਕਿ ਹਾਈ ਕਮਾਂਡ ਜਿਹੜੀ ਹੈਗੀ ਹੈ ਕਾਂਗਰਸ ਦੀ ਉਹ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਤੇ ਭਰੋਸਾ ਜਤਾਉਂਦੀ ਨਜ਼ਰ ਆ ਰਹੀ ਹੈ। ਗੁਰਪ੍ਰੀਤ ਜੀ ਬਿਲਕੁਲ, ਤੇ ਜਿਸ ਤਰ੍ਹਾਂ ਤੁਸੀਂ ਇੱਕ ਪਰਿਵਾਰ ਇੱਕ ਟਿਕਟ ਦੀ ਗੱਲ ਕੀਤੀ ਹੈ ਤਾਂ ਇਹ ਵੀ ਪਹਿਲਾਂ ਕਿਆਸ ਰਹੀਆਂ ਲੱਗ ਰਹੀਆਂ ਸੀਗੀਆਂ ਕਿ ਚਰਨਜੀਤ ਸਿੰਘ ਚੰਨੀ ਦੇ ਜਿਹੜੇ ਭਰਾ ਨੇ ਉਹ ਕਿਤੇ ਨਾ ਕਿਤੇ ਬੱਸੀ ਪਠਾਣਾ ਤੋਂ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ, ਪਰ ਉੱਥੋਂ ਜਿਹੜੇ ਵਿਧਾਇਕ ਨੇ ਗੁਰਪ੍ਰੀਤ ਉਹਨਾਂ ਨੂੰ ਟਿਕਟ ਹੈ ਜਿਹੜੀ ਦੁਬਾਰਾ ਤੋਂ ਦੇ ਦਿੱਤੀ ਗਈ ਹੈ। ਤਾਂ ਕੀ ਲੱਗਦਾ ਹੈ ਕਿ ਚੰਨੀ ਆਪਣੇ ਭਰਾ ਨੂੰ ਟਿਕਟ ਦਿਵਾਉਣ 'ਚ ਕਾਮਯਾਬ ਨਹੀਂ ਹੋਏ ਜਾਂ ਫਾਰਮੂਲਾ ਕਾਂਗਰਸ ਦਾ ਐਸਾ ਸੀ? ਜੀ ਗੁਰਪ੍ਰੀਤ ਜੀ, ਦੇਖੋ ਜਿਵੇਂ ਮੈਂ ਪਹਿਲਾਂ ਕਿਹਾ ਕਿ ਫਾਰਮੂਲੇ ਦੇ ਉੱਤੇ ਖੜਦੀ ਨਜ਼ਰ ਆ ਰਹੀ ਹੈ ਕਾਂਗਰਸ ਇਸ ਵੇਲੇ ਔਰ ਇਹਦਾ ਫਾਇਦਾ ਵੀ ਉਹਨਾਂ ਨੂੰ ਮਿਲਣਾ ਹੈ ਕਿਉਂਕਿ ਜੇਕਰ ਤੁਸੀਂ ਇੱਕੋ ਪਰਿਵਾਰ ਦੇ ਵਿੱਚੋਂ ਇੱਕ ਬੰਦੇ ਨੂੰ ਹੀ ਟਿਕਟ ਦਿੰਦੇ ਹੋ ਤਾਂ ਉਹਦੇ ਨਾਲ ਪਾਰਟੀ ਦੀ ਜਿਹੜੀ ਛਵੀ ਹੈ ਉਹ ਕਿਤੇ ਨਾ ਕਿਤੇ ਉਹਦੇ ਉੱਤੇ ਜਿਹੜਾ ਹੈਗਾ ਧੱਬਾ ਲੱਗਦਾ ਤੁਹਾਨੂੰ ਦਿਖਾਈ ਦਿੰਦਾ ਹੈ ਔਰ ਪਿਛਲੇ ਸਾਲਾਂ ਦੇ ਵਿੱਚ ਇਹ ਹੋਇਆ ਹੈ ਔਰ ਇਹਦਾ ਖਮਿਆਜਾ ਵੀ ਕਾਂਗਰਸ ਨੂੰ ਕਿਤੇ ਨਾ ਕਿਤੇ ਭੁਗਤਣਾ ਪਿਆ ਹੈ। ਸੋ ਇਸ ਵਾਰੀ ਇਹਦੇ ਉੱਤੇ ਸਖਤੀ ਦੇ ਨਾਲ ਜਿਹੜਾ ਸਟੈਂਡ ਲਿਆ ਜਾ ਰਿਹਾ ਹੈ ਔਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਚਰਨਜੀਤ ਚੰਨੀ ਹੋਰਾਂ ਦੇ ਜਿਹੜੇ ਬ੍ਰਦਰ ਨੇ, ਭਰਾ ਨੇ, ਸਕੇ ਭਰਾ ਨੇ, ਉਹ ਕੋਸ਼ਿਸ਼ ਕਰ ਰਹੇ ਸੀਗੇ ਕਿ ਮੈਨੂੰ ਜ਼ਰੂਰ ਟਿਕਟ ਦਿੱਤੀ ਜਾਏ ਔਰ ਇਸੇ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਕਿ ਬਾਜਵਾ ਸਾਹਿਬ ਦੇ ਜਿਹੜੇ ਨੇ ਭਰਾ ਫਤਿਹ ਜੰਗ ਬਾਜਵਾ ਜੀ, ਉਹ ਵੀ ਬਹੁਤ ਕੋਸ਼ਿਸ਼ ਕਰ ਰਹੇ ਸੀ ਕਿ
ਕਿ ਮੈਨੂੰ ਜਿਹੜੀ ਹੈਗੀ ਹੈ ਟਿਕਟ ਦਿੱਤੀ ਜਾਏ ਕਾਦੀਆਂ ਤੋਂ, ਪਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਦੋਂ ਇਹ ਭਿਣਕ ਪਈ ਕਿ ਟਿਕਟਾਂ ਇਸ ਵਾਰੀ ਨਹੀਂ ਮਿਲਣਗੀਆਂ, ਇੱਕ ਪਰਿਵਾਰ ਦੇ ਬੰਦੇ ਨੂੰ ਇੱਕੋ ਹੀ ਟਿਕਟ ਮਿਲੇਗੀ, ਤਾਂ ਉਹਨਾਂ ਨੇ ਅਖੀਰ ਨੂੰ ਪਾਰਟੀ ਛੱਡ ਦਿੱਤੀ ਸੀਗੀ। ਆਪਾਂ ਸਾਰੇ ਜਾਣਦੇ ਹਾਂ ਕਿ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸੀਗੇ। ਇਸੇ ਤਰ੍ਹਾਂ ਚਰਨਜੀਤ ਚੰਨੀ ਹੋਰਾਂ ਦੇ ਪਰਿਵਾਰ ਨੂੰ ਵੀ ਇਹ ਚਾਹੀਦਾ ਹੈ ਕਿ ਪਾਰਟੀ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਨਾ ਬਣਾਉਣ ਔਰ ਇਹਦੇ ਉੱਤੇ ਜਿਹੜਾ ਹੈਗਾ ਉਹਨਾਂ ਨੂੰ ਸਬਰ ਕਰਨਾ ਚਾਹੀਦਾ ਹੈ, ਔਰ ਫਾਰਮੂਲਾ ਜਿਹੜਾ ਇਹਨਾਂ ਨੇ ਅਪਣਾਇਆ ਹੈ ਕਾਂਗਰਸ ਨੇ, ਉਹਦੇ ਉੱਤੇ ਜਿਹੜਾ ਹੈਗਾ ਉਹਨਾਂ ਨੂੰ ਸਟੈਂਡ ਕਰਨਾ ਚਾਹੀਦਾ ਹੈ। ਸੋ ਉਮੀਦ ਹੈ ਕਿ ਇਹਦੇ ਨਾਲ ਜਿਹੜਾ ਹੈਗਾ ਰੌਲਾ ਜਿਹੜਾ ਹੈਗਾ ਘੱਟ ਪਏਗਾ, ਔਰ ਜੋ ਰੌਲਾ ਗੋਲਾ ਪੈਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਸੀ ਕਿਸੇ ਵੇਲੇ, ਉਦਾਂ ਦੀਆਂ ਜਿਹੜੀਆਂ ਹੁਣ ਇਸ ਵੇਲੇ ਉਹ ਸੰਭਾਵਨਾਵਾਂ ਬਹੁਤ ਘਟੀਆਂ ਨੇ। ਹਾਂ, ਕੁਝ ਥਾਵਾਂ ਦੇ ਉੱਤੇ ਚਾਰ, ਜਿਵੇਂ ਤੁਸੀਂ ਦੱਸ ਰਹੇ ਹੋ ਕਿ 4 ਮੰਤਰੀਆਂ ਦੇ ਜਾਂ 4 ਵਿਧਾਇਕਾਂ ਦੇ ਕੁਝ ਜਿਹੜੀਆਂ ਟਿਕਟਾਂ ਜ਼ਰੂਰ ਉਹਨਾਂ ਦੇ ਉੱਤੇ ਕੁਐਸਚਨ ਮਾਰਕ ਲੱਗਿਆ ਹੋਇਆ ਹੈ। ਸੋ ਜੇਕਰ ਇਹ ਲੱਗਦਾ ਹੈ ਜਾਂ ਅਗਲੇ ਜਾਂ ਜਿਹੜੀਆਂ ਲਿਸਟਾਂ ਦੇ ਵਿੱਚ ਇਸੇ ਤਰ੍ਹਾਂ ਦੀ ਪਾਲਿਸੀ ਅਪਣਾਈ ਜਾਂਦੀ ਹੈ ਤਾਂ ਬਹੁਤ ਘੱਟ ਸੰਭਾਵਨਾਵਾਂ ਨੇ ਕਿ ਬਗਾਵਤ ਕਾਂਗਰਸ ਦੇ ਵਿੱਚ ਹੋਵੇ। ਔਰ ਕਿਉਂਕਿ ਆਪਾਂ ਜਾਣਦੇ ਹਾਂ ਕਿ ਪਹਿਲਾਂ ਹੀ ਇੰਨੀ ਬਗਾਵਤ ਹੋਈ ਹੈ ਕਿ ਉਸ ਨੂੰ ਕਵਰ ਕਰ ਪਾਉਣਾ ਬਹੁਤ ਔਖਾ ਹੋਇਆ ਪਿਆ ਇਸ ਵੇਲੇ ਕਾਂਗਰਸ ਦੇ ਲਈ। ਔਰ ਜੇਕਰ ਹੋਰ ਜ਼ਿਆਦਾ ਬਗਾਵਤ ਹੋਏਗੀ ਔਰ ਇਸ ਸਮੇਂ ਹੋਏਗੀ, ਕਿਉਂਕਿ ਹੁਣ ਬਹੁਤ ਹੀ ਕ੍ਰੂਸ਼ਲ ਦੌਰ ਚੱਲ ਰਿਹਾ ਕਾਂਗਰਸ ਦਾ, ਔਰ ਬਹੁਤ ਨੇੜੇ ਆਪਾਂ ਕਹਿ ਸਕਦੇ ਹਾਂ ਕਿ 1 ਮਹੀਨੇ ਤੋਂ ਵੀ ਘੱਟ ਸਮਾਂ ਜਿਹੜਾ ਹੈਗਾ ਚੋਣਾਂ ਦੇ ਵਿੱਚ ਰਹਿ ਗਿਆ। ਜੇਕਰ ਹੁਣ ਵੀ ਬਹੁਤ ਰੌਲਾ ਪੈਂਦਾ ਹੈ, ਬਗਾਵਤ ਹੁੰਦੀ ਹੈ, ਤਾਂ ਇਹਦੇ ਨਾਲ ਕਾਂਗਰਸ ਨੂੰ ਜਿਹੜਾ ਹੈਗਾ ਵੱਡੇ ਝਟਕੇ ਲੱਗ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਉਹਨਾਂ ਝਟਕਿਆਂ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਹਾਈ ਕਮਾਂਡ ਜਾਂ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ। ਸੋ ਇਸ ਕਰਕੇ ਉਹ ਚਾਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਇਹਦੇ ਵਿੱਚ ਜਿਹੜੀ ਹੈਗੀ ਸ਼ਾਂਤੀ ਬਣੀ ਰਹੇ ਔਰ ਆਪਸੀ ਜਿਹੜਾ ਹੈਗਾ ਭਾਈਚਾਰਾ ਬਣਿਆ ਰਹੇ, ਅਨੁਸ਼ਾਸਨ ਬਣਿਆ ਰਹੇ, ਡਿਸਪਲਿਨ ਬਣਿਆ ਰਹੇ, ਤਾਂ ਹੀ ਉਹ ਇਕੱਠੇ ਮਿਲ ਕੇ ਜਿਹੜਾ ਹੈਗਾ ਇੱਕ ਚੰਗਾ ਪ੍ਰਭਾਵ ਪਾ ਸਕਦੇ ਨੇ ਔਰ ਜਿੱਤ ਵੱਲ ਵੱਧ ਸਕਦੇ ਨੇ। ਦੁਬਾਰਾ ਉਹਨਾਂ ਨੂੰ ਲੱਗਦਾ ਹੈ ਕਾਂਗਰਸ ਵਾਲਿਆਂ ਨੂੰ ਕਿ ਸ਼ਾਇਦ ਅਸੀਂ ਦੁਬਾਰਾ ਵੀ ਰਿਪੀਟ ਕਰ ਸਕਦੇ ਹਾਂ, ਕਿਉਂਕਿ ਜਿਸ ਕਿਸਮ ਦੇ ਚੰਨੀ ਸਾਹਿਬ ਨੇ ਕਾਰਜ ਕੀਤੇ ਨੇ ਪਿਛਲੇ ਦਿਨਾਂ ਦੇ ਵਿੱਚ, ਜਿਸ ਕਿਸਮ ਦੇ ਨਾਲ ਉਹਨਾਂ ਨੇ ਲੋਕਾਂ ਦੇ ਵਿੱਚ ਜਾ ਕੇ ਆਪਣੀ ਬਿਆਨਬਾਜ਼ੀ ਕੀਤੀ ਹੈ, ਐਲਾਨ ਕੀਤੇ ਨੇ, ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੋਂ ਉਹਨਾਂ ਨੂੰ ਇਹੀ ਭੁਲੇਖਾ ਲੱਗ ਰਿਹਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਅੰਦਾਜ਼ਾ ਹੋ ਗਿਆ ਹੈ ਕਿ ਅਸੀਂ ਜੇਕਰ ਅਨੁਸ਼ਾਸਨ ਦੇ ਨਾਲ ਔਰ ਏਕਤਾ ਦੇ ਨਾਲ ਜਾਵਾਂਗੇ ਤਾਂ ਸਾਨੂੰ ਲੋਕ ਜਿਹੜੇ ਨੇ, ਪੰਜਾਬ ਦੇ ਲੋਕ, ਉਹ ਦੁਬਾਰਾ ਵੀ ਸੱਤਾ ਵਿੱਚ ਲਿਆ ਸਕਦੇ ਨੇ। ਔਰ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਇਸ ਲਿਸਟ ਤੋਂ ਤੁਹਾਨੂੰ ਦੇਖਣ ਨੂੰ, ਜੋ 86 ਬੰਦਿਆਂ ਦੀ ਉਹਨਾਂ ਨੇ ਲਿਸਟ ਜਾਰੀ ਕੀਤੀ ਹੈ, ਉੱਥੋਂ ਇਹੀ ਲੱਗ ਰਿਹਾ। ਔਰ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਔਰਤਾਂ ਦੀ ਜਿਹੜੀ ਪੋਜੀਸ਼ਨ ਹੈ, ਬੇਸ਼ੱਕ ਯੂਪੀ ਵਾਲੀ ਉਹ ਨਹੀਂ ਉਹ ਰੱਖ ਸਕੇ, 40% ਕਿਹਾ ਸੀਗਾ ਉਹਨਾਂ ਨੇ ਕਿ ਅਸੀਂ ਪ੍ਰਿੰਕਾ ਜੀ ਨੇ ਕਿ ਅਸੀਂ 40% ਉਮੀਦਵਾਰ ਔਰਤਾਂ ਦੇ ਵਿੱਚੋਂ ਲਵਾਂਗੇ, ਪਰ ਉਸ ਤਰ੍ਹਾਂ ਦੀ ਕੋਈ ਗੱਲ ਇਸ ਲਿਸਟ ਦੇ ਵਿੱਚ ਨਜ਼ਰ ਨਹੀਂ ਆਈ। ਬਹੁਤ ਥੋੜੀਆਂ ਜਿਹੜੀਆਂ ਨੇ ਆਪਾਂ ਕਹਿ ਸਕਦੇ ਹਾਂ ਕਿ ਮਾਲਵਿਕਾ ਸੂਦ ਹੋਰੀ ਨੇ ਜਾਂ ਰਜਿੰਦਰ ਕੌਰ ਭੱਠਲ ਜੀ ਨੇ ਜਾਂ ਕੁਝ ਜਿਹੜੀਆਂ ਗਿਣਵੀਆਂ ਚੁਣੀਆਂ ਜਿਹੜੀਆਂ ਔਰਤ ਉਮੀਦਵਾਰਾਂ ਨੇ, ਉਹਨਾਂ ਨੂੰ ਜ਼ਰੂਰ ਉਹਨਾਂ ਨੇ ਰੱਖਿਆ ਹੈ। ਪਰ ਉਹ 40% ਵਾਲੀ ਜਿਹੜੀ ਗੱਲ ਕਹੀ ਸੀਗੀ ਕਿਸੇ ਵੇਲੇ ਪ੍ਰਿੰਕਾ ਜੀ ਨੇ, ਉਹ ਕੋਈ ਲਾਗੂ ਹੁੰਦੀ ਨਜ਼ਰ ਨਹੀਂ ਆ ਰਹੀ ਗੁਰਪ੍ਰੀਤ ਜੀ। ਤੇ ਨਾਲ ਹੀ ਡਾਕਟਰ ਸਾਹਿਬ, ਮੈਂ ਬਲਵਿੰਦਰ ਸਿੰਘ ਲਾਡੀ ਬਾਰੇ ਵੀ ਤੁਹਾਡੇ ਤੋਂ ਥੋੜੇ ਜਿਹੇ ਵਿਚਾਰ ਲੈਣੇ ਚਾਹਾਂਗਾ ਕਿ ਉਹਨਾਂ ਨੂੰ ਵੱਡੇ ਝਟਕੇ ਤੋਂ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ। ਪਹਿਲਾਂ ਉਹਨਾਂ ਨੂੰ ਲੱਗਦਾ ਸੀ ਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਟਿਕਟ ਨਹੀਂ ਦੇਣੀ, ਉਹ ਭਾਜਪਾ ਚਲੇ ਗਏ, ਫਿਰ ਲੱਗਦਾ ਸੀ ਉਧਰੋਂ ਵੀ ਨਹੀਂ ਮਿਲਣਾ ਕੰਮ ਬਣਨਾ, ਤੇ ਫਿਰ ਕਾਂਗਰਸ 'ਚ ਆ ਗਏ, ਟਿਕਟ ਫਿਰ ਨਹੀਂ ਮਿਲੀ। ਉਹਨਾਂ ਦਾ ਸਿਆਸੀ ਭਵਿੱਖ ਕਿਵੇਂ ਦੇਖਦੇ ਹੋ? ਦੇਖੋ, ਲਾਡੀ ਜੀ ਆਪ ਵੀ ਮੰਨ ਚੁੱਕੇ ਨੇ ਕਿ ਮੈਂ ਹੋ ਸਕਦਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਕੋਈ ਆਪਣੇ ਜੋ ਸਾਥੀ ਨੇ ਜਾਂ ਵਲੰਟੀਅਰ ਸਾਹਿਬਾਨ ਨੇ ਉਹਨਾਂ ਨੂੰ ਪੁੱਛ ਕੇ ਕੋਈ ਫੈਸਲਾ ਕਰੂੰਗਾ। ਪਰ ਫਿਲਹਾਲ ਉਹਨਾਂ ਨੂੰ ਲੱਗਦਾ ਹੈ ਕਿਉਂਕਿ ਚੰਨੀ ਸਾਹਿਬ ਉਹ ਕਹਿ ਰਹੇ ਨੇ ਕਿ ਚੰਨੀ ਸਾਹਿਬ ਨੇ ਮੈਨੂੰ ਕਿਹਾ ਸੀਗਾ ਕਿ ਤੁਹਾਨੂੰ ਹੀ ਅਸੀਂ ਇੱਥੋਂ ਲੜਾਵਾਂਗੇ, ਪਰ ਉਹਨਾਂ ਦੀ ਟਿਕਟ ਬਦਲੀ ਗਈ ਹੈ ਔਰ ਵੱਡਾ ਝਟਕਾ ਆਪਾਂ ਕਹਿ ਸਕਦੇ ਹਾਂ ਕਿ ਲਾਡੀ ਜੀ ਨੂੰ ਲੱਗਿਆ ਹੈ। ਪਰ ਉਹ ਫੈਸਲਾ ਕੀ ਲੈਂਦੇ ਨੇ, ਜਿਵੇਂ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਲੱਗ ਰਿਹਾ ਹੈ ਕਿ ਉਹ ਆਪਣੀ ਪਾਰਟੀ ਜਿਹੜੀ ਹੈਗੀ ਹੈ ਕਾਂਗਰਸ ਪਾਰਟੀ, ਜਿਵੇਂ ਉਹਨਾਂ ਨੇ ਜੁਆਇਨ ਕੀਤੀ ਸੀਗੀ, ਦੁਬਾਰਾ ਜੁਆਇਨ ਕੀਤੀ ਸੀਗੀ, ਹੋ ਸਕਦਾ ਹੈ ਕਿ ਉਹ ਪਾਰਟੀ ਦੇ ਵਿੱਚ ਰਹਿ ਕੇ ਹੀ ਆਪਣਾ ਜਿਹੜਾ ਹੈਗਾ ਸਬਰ ਸੰਤੋਖ ਕਰ ਲੈਣ। ਪਰ ਜੇਕਰ ਉਹ ਪਾਰਟੀ ਛੱਡਦੇ ਨੇ, ਮੰਨ ਲਓ ਕਾਂਗਰਸ ਨੂੰ ਛੱਡਦੇ ਨੇ, ਬੀਜੇਪੀ ਦੇ ਵਿੱਚ ਜਾਂਦੇ ਨੇ, ਤਾਂ ਇਹਦੇ ਨਾਲ ਕੀ ਹੋਏਗਾ ਕਿ ਉਹਨਾਂ ਨੂੰ ਦੁਬਾਰਾ ਉਹ ਛਵੀ ਜਿਹੜੀ ਹੁੰਦੀ ਹੈ, ਜਦੋਂ ਤੁਸੀਂ ਇੱਕ ਵਾਰੀ ਪਾਰਟੀ ਨੂੰ ਛੱਡ ਦਿੰਦੇ ਹੋ ਤਾਂ ਉਹ ਦੁਬਾਰਾ ਉਹ ਛਵੀ ਤੁਹਾਡੀ ਨਹੀਂ ਬਣਦੀ, ਚਾਹੇ ਉਹ ਵਲੰਟੀਅਰ ਦਾ ਵਿੱਚ, ਚਾਹੇ ਆਪਣੇ ਹਲਕੇ ਦੇ ਵਿੱਚ, ਕਿਤੇ ਨਾ ਕਿਤੇ ਤੁਹਾਡੇ ਉੱਤੇ ਜਿਹੜਾ ਹੈਗਾ ਕੁਐਸਚਨ ਮਾਰਕ, ਸਵਾਲੀਆ ਨਿਸ਼ਾਨ ਜਿਹੜੇ ਨੇ ਉਹ ਉੱਠਦੇ ਨਜ਼ਰ ਆਉਂਦੇ ਨੇ। ਸੋ ਇਹਨਾਂ ਸਵਾਲੀਆ ਨਿਸ਼ਾਨਾਂ ਤੋਂ ਬਚਣ ਦੇ ਲਈ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਹੀ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਔਰ ਜੇਕਰ ਦੁਬਾਰਾ ਸੱਤਾ 'ਚ ਆਉਂਦੀ ਹੈ ਸਰਕਾਰ
ਤਾਂ ਬਹੁਤ ਸਾਰੀਆਂ ਉਹਨਾਂ ਕੋਲੇ ਬਹੁਤ ਆਪਾਂ ਸਾਰੇ ਜਾਣਦੇ ਹਾਂ ਕਿ ਸੰਭਾਵਨਾਵਾਂ ਹੁੰਦੀਆਂ ਨੇ ਕਿ ਉਹਨਾਂ ਨੂੰ ਕੋਈ ਚੇਅਰਮੈਨੀ ਜਾਂ ਕਿਸੇ ਬੋਰਡ ਦਾ ਚੇਅਰਮੈਨ ਉਹ ਲਗਾ ਦਿੱਤਾ ਜਾਏ। ਸੋ ਇਦਾਂ ਦੀ ਉਹਨਾਂ ਨੂੰ ਯਾਨੀ ਕਿ ਸਬਰ ਸੰਤੋਖ ਜਿਹੜਾ ਹੈਗਾ ਹੁਣ ਕਰਨਾ ਚਾਹੀਦਾ ਹੈ। ਜੇਕਰ ਉਹ ਨਹੀਂ ਕਰਦੇ ਤਾਂ ਉਹਨਾਂ ਦੇ ਜਿਹੜੇ ਸਿਆਸੀ ਭਵਿੱਖ ਦੇ ਉੱਤੇ ਬਹੁਤ ਵੱਡੇ ਸਵਾਲੀਆ ਨਿਸ਼ਾਨ ਲੱਗ ਸਕਦੇ ਨੇ। ਗੁਰਪ੍ਰੀਤ ਜੀ ਬਿਲਕੁਲ ਡਾਕਟਰ ਸਾਹਿਬ, ਤੇ ਆਪਾਂ ਚੋਣ ਕਮਿਸ਼ਨ ਦੀ ਗੱਲ ਕਰਦੇ ਹਾਂ। ਜਿਸ ਤਰ੍ਹਾਂ ਚੋਣਾਂ ਦਾ ਐਲਾਨ ਹੈ ਜਿਹੜਾ ਉਹ ਕੀਤਾ ਗਿਆ ਸੀ ਚੋਣ ਕਮਿਸ਼ਨ ਦੇ ਵੱਲੋਂ, ਤੇ ਕੋਵਿਡ ਰਿਵਿਊ ਮੀਟਿੰਗ ਦੇ ਵਿੱਚ ਜੇ ਰੈਲੀਆਂ ਦੀ ਗੱਲ ਕੀਤੀ ਜਾਵੇ ਤਾਂ ਹਾਲਾਂਕਿ 22 ਤੱਕ ਜਿਹੜੀ ਪਾਬੰਦੀ ਹੈ ਉਹ ਲਗਾਈ ਗਈ ਹੈ, ਤਾਂ ਜਿਹੜੀ ਥੋੜੀ ਬਹੁਤੀ ਰਾਹਤ ਦਿੱਤੀ ਗਈ ਹੈ ਕਿ 350% ਕੱਟ ਕੀਤਾ ਜਾ ਸਕਦਾ ਹੈ, 300 ਲੋਕ ਇਕੱਠੇ ਕੀਤੇ ਜਾ ਸਕਦੇ ਨੇ। ਆਪਾਂ ਵੀ ਰੋਜ਼ ਗੱਲ ਕਰਦੇ ਸੀ ਇਸ ਮੁੱਦੇ ਤੇ, ਤਾਂ ਕੀ ਲੱਗਦਾ ਹੈ ਕਿ ਕਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ ਤੇ ਭਾਵੇਂ 300 ਲੋਕਾਂ ਦਾ ਇਕੱਠ ਹੈ ਉਹ ਵੀ ਕਿਤੇ ਨਾ ਕਿਤੇ ਵੱਡਾ ਹੀ ਇਕੱਠ ਹੁੰਦਾ ਹੈ, ਤਾਂ ਕਰੋਨਾ ਦਾ ਖਤਰਾ ਹੈ ਜਿਹੜਾ ਉਹ ਕਿਤੇ ਨਾ ਕਿਤੇ ਵੱਧ ਸਕਦਾ ਹੈ ਇਸ ਨੂੰ ਲੈ ਕੇ। ਬਿਲਕੁਲ, ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਲਗਾਤਾਰ ਕਰੋਨਾ ਦੇ ਕੇਸ ਵੱਧ ਰਹੇ ਨੇ, ਔਰ ਆਪਾਂ ਸਾਰੇ ਜਾਣਦੇ ਹਾਂ ਕਿਉਂਕਿ ਸਰਦੀ ਲਗਾਤਾਰ ਵੱਧ ਰਹੀ ਹੈ ਔਰ ਧੁੱਪ ਨਿਕਲਣ ਦਾ ਨਾਂ ਨਹੀਂ ਲੈ ਰਹੀ, ਔਰ ਇਸ ਕਰਕੇ ਤੁਸੀਂ ਦੇਖੋਗੇ ਕਿ ਪੰਜਾਬ ਦੇ ਲੋਕ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਠੰਡ ਦਾ ਮੌਸਮ ਹੈ ਇਸ ਵੇਲੇ, ਉੱਥੇ ਲਗਾਤਾਰ ਇਹ ਬਿਮਾਰੀ ਜਿਹੜੀ ਹੈਗੀ ਵੱਧਦੀ ਨਜ਼ਰ ਆ ਰਹੀ ਹੈ। ਕਿਸੇ ਨੂੰ ਖੰਘ ਹੈ, ਜ਼ੁਕਾਮ ਹੈ, ਬੁਖਾਰ ਹੈ, ਔਰ ਇਸ ਕਿਸਮ ਦੀਆਂ ਜੇਕਰ ਇਹ ਗੱਲਾਂ ਹੁੰਦੀਆਂ ਨੇ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਜੇਕਰ ਉਹ 300 ਬੰਦਿਆਂ ਨੂੰ ਦੀ ਗੱਲ ਕਰ ਰਹੇ ਨੇ ਕਿ 300 ਬੰਦਿਆਂ ਦਾ ਇਕੱਠ ਤੁਸੀਂ ਕਰ ਸਕਦੇ ਹੋ, ਤਾਂ ਇਹਦੇ ਨਾਲ ਕਰੋਨਾ ਦੇ ਕੇਸ ਵਧਣੇ ਦੀ ਸੰਭਾਵਨਾਵਾਂ ਜਿਹੜੀ ਹੈਗੀ ਹੈ ਨਜ਼ਰ ਆ ਰਹੀ ਹੈ। ਔਰ ਹੁਣ ਤਾਂ ਇਹੀ ਆ ਕਿ ਹੁਣ ਲੋਕਾਂ ਨੂੰ ਹੀ ਇਹ ਫੈਸਲਾ ਕਰਨਾ ਪਏਗਾ ਕਿ ਲੋਕ ਜਿਹੜੇ ਨੇ ਉਹ ਇਕੱਠ ਦੇ ਵਿੱਚ ਨਾ ਜਾਣ ਔਰ ਘੱਟ ਤੋਂ ਘੱਟ ਬਾਹਰ ਨਿਕਲਣ, ਔਰ ਜੇਕਰ ਚੋਣਾਂ ਦਾ ਜਿਹੜਾ ਇਹ ਸਾਰਾ ਪ੍ਰਚਾਰ ਦੀ ਗੱਲ ਚੱਲ ਰਹੀ ਹੈ ਤਾਂ ਇਹਦੇ ਵਿੱਚ ਡਿਜੀਟਲ ਮੀਡੀਆ ਦਾ ਜਿਹੜਾ ਹੈਗਾ ਉਹਦਾ ਫਾਇਦਾ ਉਠਾਉਣਾ ਚਾਹੀਦਾ ਹੈ। ਉਹਦੇ ਰਾਹੀਂ ਰੈਲੀਆਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਹੁਣ ਅਗਲਾ ਦੌਰ ਡਿਜੀਟਲ ਮੀਡੀਆ ਦਾ ਹੀ ਹੋਏਗਾ, ਔਰ ਇਹਦੇ ਤੁਹਾਨੂੰ ਜਿਹੜਾ ਹੈਗਾ ਚਾਹੇ ਉਹ WhatsApp ਰਾਹੀਂ, ਚਾਹੇ Facebook ਤੇ ਰਾਹੀਂ ਜਾਂ Instagram ਰਾਹੀਂ ਜਾਂ ਬਹੁਤ ਸਾਰੇ ਹੋਰ ਜਿਹੜੀਆਂ ਐਪਸ ਨੇ ਜਿਨ੍ਹਾਂ ਦੇ ਰਾਹੀਂ ਤੁਸੀਂ ਆਪਣੀ ਗੱਲ ਲੋਕਾਂ ਤੱਕ ਪਹੁੰਚਾ ਸਕਦੇ ਹੋ। ਇਹਦੇ ਨਾਲ ਲੋਕ ਵੀ ਜਿਹੜੇ ਨੇ ਇਸ ਬਿਮਾਰੀ ਤੋਂ ਬਚੇ ਰਹਿਣਗੇ, ਔਰ ਉਮੀਦਵਾਰਾਂ ਦਾ ਜਿਹੜਾ ਖਰਚਾ ਹੈ, ਜਿਹੜਾ ਕਰੋੜਾਂ ਰੁਪਈਆ ਦਾ ਖਰਚਾ ਆਪਾਂ ਸਾਰੇ ਜਾਣਦੇ ਹਾਂ ਕਿ ਰੈਲੀਆਂ ਦੇ ਉੱਤੇ ਕੀਤਾ ਜਾਂਦਾ ਹੈ, ਵੱਡੇ ਵੱਡੇ ਇਕੱਠਾਂ ਦੇ ਉੱਤੇ ਕੀਤਾ ਜਾਂਦਾ ਹੈ, ਔਰ ਨਸ਼ਿਆਂ ਨੂੰ ਵੰਡਿਆ ਜਾਂਦਾ ਹੈ, ਪੈਸਾ ਵੰਡਿਆ ਜਾਂਦਾ ਹੈ, ਉਹਦੇ ਤੋਂ ਛੁਟਕਾਰਾ ਮਿਲ ਸਕਦਾ ਹੈ। ਸੋ ਇਸ ਕਰਕੇ ਜੇਕਰ 22 ਤੱਕ ਹੁਣ ਉਹਨਾਂ ਨੇ ਵਧਾਇਆ ਹੈ, ਚੋਣ ਕਮਿਸ਼ਨ ਨੇ ਅੱਗੇ ਕੀਤੀਆਂ ਨੇ ਇਹ ਸਾਰੀਆਂ ਪਾਬੰਦੀਆਂ ਨੂੰ, ਤਾਂ ਇਹਦੇ ਉੱਤੇ ਮੈਨੂੰ ਲੱਗਦਾ ਕਿ ਸਖਤੀ ਨਾਲ ਪਾਬੰਦੀ ਜਿਹੜੀ ਹੈਗੀ ਉਹ ਲੱਗਣੀ ਚਾਹੀਦੀ ਹੈ, ਔਰ ਲੋਕਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਇਸ ਮੌਸਮ ਦੇ ਵਿੱਚ, ਇਸ ਠੰਡ ਵਾਲੇ ਮੌਸਮ ਦੇ ਵਿੱਚ ਉਹ ਬਾਹਰ ਨਾ ਨਿਕਲਣ ਔਰ ਆਪਣੀ ਸਿਹਤ ਦਾ ਧਿਆਨ ਆਪ ਖੁਦ ਰੱਖਣ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਜੇਕਰ ਤੁਹਾਡੀ ਇੱਕ ਵਾਰੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਇਹਨਾਂ ਸਿਆਸੀ ਲੀਡਰਾਂ ਨੇ ਕੁਝ ਨਹੀਂ ਦੇਣਾ ਤੁਹਾਨੂੰ। ਔਰ ਆਪਾਂ ਸਾਰੇ ਜਾਣਦੇ ਹਾਂ ਚਾਹੇ ਹਸਪੀਟਲਸ ਦੀ ਗੱਲ ਹੋਵੇ, ਪਿਛਲੇ ਵਾਰੀ ਜਿਵੇਂ ਤੁਸੀਂ ਦੇਖਿਆ ਕਿ ਹਸਪਤਾਲਾਂ ਦਾ ਜੋ ਹਾਲ ਸੀਗਾ, ਜੇਕਰ ਇਹ ਵੱਧਦੀ ਹੈ ਬਿਮਾਰੀ ਲਗਾਤਾਰ ਪਹਿਲੇ ਵਾਰੇ ਉਸ ਦੇ ਆਉਂਦੀ ਹੈ ਤਾਂ ਬਹੁਤ ਔਖਾ ਹੋ ਜਾਏਗਾ ਪੰਜਾਬ ਦੇ ਵਿੱਚ, ਕਿਉਂਕਿ ਮਰੀਜ਼ਾਂ ਨੂੰ ਸੰਭਾਲਣ ਦੇ ਲਈ ਡਾਕਟਰਸ ਚਾਹੀਦੇ ਨੇ, ਤੁਹਾਨੂੰ ਬੈੱਡਸ ਚਾਹੀਦੇ ਨੇ, ਤੁਹਾਨੂੰ ਆਕਸੀਜਨ ਚਾਹੀਦੀ ਹੈ। ਉਹ ਲਗਭਗ ਉਸ ਕਿਸਮ ਦਾ ਧਿਆਨ ਕਿਸੇ ਸਰਕਾਰ ਦਾ ਅੱਜ ਤੱਕ ਉੱਥੇ ਨਹੀਂ ਗਿਆ। ਸੋ ਇਸ ਕਰਕੇ ਆਪਾਂ ਹੀ ਆਪਣੇ ਚੈਨਲ ਤੋਂ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਇਕੱਠਾਂ ਤੋਂ ਬਚਿਆ ਜਾਏ ਔਰ ਮੂੰਹ ਤੇ ਮਾਸਕ ਪਾਇਆ ਜਾਏ, ਔਰ ਇਸ ਬਿਮਾਰੀ ਤੋਂ ਜਿਹੜਾ ਹੈਗਾ ਬਚ ਕੇ ਜਾਣੀ ਕਿ ਆਪਣੀ ਜਿਹੜੀ ਹੈਗੀ ਵੋਟ ਦਾ ਇਸਤੇਮਾਲ ਕੀਤਾ ਜਾਵੇ। ਗੁਰਪ੍ਰੀਤ ਜੀ ਬਿਲਕੁਲ, ਲੋਕਾਂ ਨੂੰ ਇਸ ਬਿਮਾਰੀ ਤੋਂ ਜਿਹੜਾ ਬਚਣ ਦੇ ਲਈ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਨੇ, ਤੇ ਉੱਥੇ ਹੀ 22 ਤਰੀਕ ਨੂੰ ਕੋਵਿਡ ਰਿਵਿਊ ਮੀਟਿੰਗ ਦੇ ਵਿੱਚ ਚੋਣ ਕਮਿਸ਼ਨ ਕੀ ਫੈਸਲਾ ਲੈਂਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ। ਤੇ ਡਾਕਟਰ ਸਾਹਿਬ ਗੱਲ ਕਰਦੇ ਹਾਂ ਸੰਯੁਕਤ ਕਿਸਾਨ ਮੋਰਚੇ ਦੀ, ਉਹਦੇ ਵੱਲੋਂ ਸੰਯੁਕਤ ਸਮਾਜ ਮੋਰਚਾ ਜਿਹੜੇ ਕਿ ਚੋਣਾਂ ਲੜਨ ਜਾ ਰਿਹਾ ਹੈ, ਵੱਡਾ ਝਟਕਾ ਦਿੱਤਾ ਹੈ। ਕੀ ਲੱਗਦਾ ਹੈ ਕਿ 22 ਦੀਆਂ ਚੋਣਾਂ ਦੇ ਵਿੱਚ ਸਮਾਜ ਮੋਰਚੇ ਤੇ ਕਿੰਨਾ ਕੁ ਅਸਰ ਦਿਖਾਈ ਦੇ ਸਕਦਾ ਹੈ? ਦੇਖੋ, ਸੰਯੁਕਤ ਸਮਾਜ ਮੋਰਚਾ ਜਿਹੜਾ ਹੈਗਾ ਜਿਹਦੇ ਵਿੱਚ 22 ਜਥੇਬੰਦੀਆਂ ਸੀ, ਇਹਨਾਂ ਦਾ ਲਗਭਗ 4 ਮਹੀਨੇ ਵਾਸਤੇ ਬਾਈਕਾਟ ਕੀਤਾ ਗਿਆ ਹੈ, ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਸੰਯੁਕਤ ਜਿਹੜਾ ਮੋਰਚੇ ਨੇ ਕਿ ਅਸੀਂ ਇੱਕ ਰਿਵਿਊ ਮੀਟਿੰਗ ਕਰਾਂਗੇ, ਉਸ ਤੋਂ ਬਾਅਦ ਹੀ ਦੇਖਿਆ ਜਾਏਗਾ ਕਿ ਇਹਨਾਂ 22 ਜਥੇਬੰਦੀਆਂ ਨੂੰ ਅਸੀਂ ਨਾਲ ਰੱਖਣਾ ਹੈ ਜਾਂ ਨਹੀਂ ਰੱਖਣਾ, ਉਹ ਬਾਅਦ ਦੀਆਂ ਗੱਲਾਂ ਨੇ। ਪਰ ਫਿਲਹਾਲ ਇਸ ਵੇਲੇ ਇਹੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਆਪਣਾ ਸੰਘਰਸ਼ ਲੜੇਗਾ, ਔਰ ਮੋਦੀ ਸਰਕਾਰ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ 1 ਤਰੀਕ ਤੱਕ ਜਿਹੜਾ ਹੈਗਾ ਅਲਟੀਮੇਟਮ ਦੇ ਰਹੇ ਹਾਂ। ਜੇਕਰ ਉਹ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਜਿਹਦੇ ਵਿੱਚ MSP ਦਾ ਮੁੱਦਾ ਹੈ, ਜਿਹਦੇ ਵਿੱਚ ਕਿਸਾਨਾਂ ਦੇ ਉੱਤੇ ਜੋ ਕੇਸ ਬਣੇ ਨੇ
ਉਹਨਾਂ ਦਾ ਮੁੱਦਾ ਹੈ, ਜਿਹਦੇ ਵਿੱਚ ਕਿਸਾਨਾਂ ਨੂੰ ਤੁਸੀਂ ਜੋ ਮ੍ਰਿਤਕ ਕਿਸਾਨ ਨੇ ਉਹਨਾਂ ਨੂੰ ਤੁਸੀਂ ਜੋ ਪੈਸੇ ਦੇਣੇ ਦੇ ਵਾਅਦੇ ਕੀਤੇ ਸੀਗੇ ਉਹ ਹਜੇ ਤੱਕ ਉਸੇ ਤਰ੍ਹਾਂ ਖੜੇ ਨੇ। MSP ਦੇ ਉੱਤੇ ਕੋਈ ਕਿਸੇ ਕਿਸਮ ਦੀ ਕੋਈ ਕਮੇਟੀ ਨਹੀਂ ਬਣੀ, ਕੋਈ ਉਹਦੇ ਬਾਰੇ ਮੀਟਿੰਗ ਨਹੀਂ ਹੋ ਰਹੀ। ਸੋ ਕਹਿਣ ਦਾ ਮਤਲਬ ਹੈ ਕਿ ਆਪਣੀਆਂ ਜੋ ਮੰਗਾਂ ਨੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਯਾਦ ਕਰਵਾਈਆਂ ਨੇ, ਔਰ ਇਹਦੇ ਨਾਲ ਜੇਕਰ 22 ਜਥੇਬੰਦੀਆਂ ਬਾਹਰ ਰਹਿੰਦੀਆਂ ਨੇ ਇਸ ਮੋਰਚੇ ਤੋਂ ਤਾਂ ਲਾਜ਼ਮੀ ਤੌਰ ਤੇ ਉਹਨਾਂ ਦਾ ਜੋ ਪਹਿਲਾਂ ਵਾਲਾ ਕੱਦ ਸੀਗਾ, ਆਪਾਂ ਕਹਿ ਸਕਦੇ ਹਾਂ ਕਿ ਪਹਿਲਾਂ ਵਾਲੀ ਉਹ ਗੱਲ ਨਹੀਂ ਬਣੇਗੀ। ਚਾਹੇ ਉਹ ਰਾਜੇਵਾਲ ਸਾਹਿਬ ਨੇ, ਚਾਹੇ ਕੋਈ ਹੋਰ ਜਥੇਬੰਦੀਆਂ ਨੇ, ਜਿਹੜੀਆਂ ਵੀ ਜਥੇਬੰਦੀਆਂ ਇਸ ਸੰਯੁਕਤ ਸਮਾਜ ਮੋਰਚੇ ਦੇ ਵਿੱਚ ਸ਼ਾਮਲ ਨੇ, ਜੇਕਰ ਉਹ ਦੁਬਾਰਾ ਉਸ ਕਿਸਮ ਦੇ ਨਾਲ ਫੇਰ ਜਾਂਦੀਆਂ ਨੇ ਆਪਣਾ ਸਾਰਾ ਕੁਝ ਪੋਲੀਟੀਕਲ ਕੈਰੀਅਰ ਛੱਡ ਕੇ, ਤਾਂ ਹੋ ਸਕਦਾ ਹੈ ਕਿ ਕੋਈ ਦੁਬਾਰਾ ਗੱਲ ਬਣ ਜੇ। ਪਰ ਫਿਲਹਾਲ ਜੇਕਰ ਉਹ ਚੋਣਾਂ ਲੜਦੀਆਂ ਨੇ ਤਾਂ ਲੋਕਾਂ ਦੇ ਵਿੱਚ ਉਹ ਗੱਲ ਜਿਹੜੀ ਹੈਗੀ ਆ ਦੁਬਾਰਾ ਜਦੋਂ ਜਾਣਗੀਆਂ ਉਹ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ, ਤਾਂ ਉਹ ਗੱਲ ਨਹੀਂ ਬਣੇਗੀ। ਲੋਕ ਉਹਨਾਂ ਨੂੰ ਵੱਖਰੀ ਨਜ਼ਰ ਦੇ ਨਾਲ ਵੇਖਣਗੇ। ਹਾਂ, ਹੁਣ ਤੱਕ ਉਹਨਾਂ ਦੀ ਜਿਹੜੀ ਹੈਗੀ ਆ ਇੱਕ ਵੱਡੇ ਚਿਹਰੇ ਦੇ ਤੌਰ ਤੇ ਉਹਨਾਂ ਨੂੰ ਜਾਣਿਆ ਜਾਂਦਾ ਸੀਗਾ, ਔਰ ਇਹੀ ਕਿਹਾ ਜਾਂਦਾ ਸੀਗਾ ਕਿ ਇਹਨਾਂ ਕਰਕੇ ਜਿਹੜਾ ਹੈਗਾ ਹੁਣ ਤੱਕ ਅਸੀਂ ਜਿੱਤੇ ਹਾਂ, ਔਰ 3 ਕਾਲੇ ਕਾਨੂੰਨ ਇਹਨਾਂ ਨੇ ਵਾਪਸ ਕਰਾਏ ਸੀ, ਔਰ ਇਹ 22 ਜਥੇਬੰਦੀਆਂ ਦਾ ਬਹੁਤ ਵੱਡਾ ਰੋਲ ਸੀਗਾ। ਪਰ ਜੇਕਰ ਇਹ ਰੋਲ ਘਟਦਾ ਹੈ ਔਰ ਇਹਨਾਂ 22 ਜਥੇਬੰਦੀਆਂ ਦੇ ਵਿੱਚੋਂ ਆਪਾਂ ਸਾਰੇ ਜਾਣਦੇ ਹਾਂ ਕਿ ਕੋਈ ਜਿੱਤਦਾ ਨਹੀਂ ਹੈ, ਕੋਈ ਸੀਟ ਨਹੀਂ ਨਿਕਲਦੀ, ਤਾਂ ਇਹਨਾਂ ਦੇ ਉੱਤੇ ਜਿਹੜਾ ਹੈਗਾ ਬਹੁਤ ਵੱਡੇ ਸਵਾਲ ਵੀ ਚੁੱਕੇ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਔਰ ਕਿਉਂਕਿ ਜਦੋਂ ਰਿਜ਼ਲਟ ਆਏਗਾ। ਪਰ ਫਿਲਹਾਲ ਇਹਨਾਂ ਨੇ ਬਹੁਤ ਵੱਡਾ ਇੱਕ ਰਿਸਕ ਲਿਆ ਹੈ, ਆਪਾਂ ਕਹਿ ਸਕਦੇ ਹਾਂ ਕਿ ਚੋਣਾਂ ਨੂੰ ਉਹਨਾਂ ਨੇ ਲੜਨ ਦੀ ਗੱਲ ਕੀਤੀ ਹੈ। ਪਰ ਜਿਹੜੀ ਗੱਲ ਜਿੰਨਾ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਹੈ ਕਿ ਕਿਸਾਨਾਂ ਦੇ ਉਹ ਦਬਾਅ ਸਮੂਹ ਨੇ, ਪ੍ਰੈਸ਼ਰ ਗਰੁੱਪ ਨੇ, ਸੋ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਜੇਕਰ ਬਣੇ ਰਹਿੰਦੇ ਤਾਂ ਉਹਨਾਂ ਦਾ ਨਾਮ ਜਿਹੜਾ ਸੀਗਾ ਉਸੇ ਤਰ੍ਹਾਂ ਬਣਿਆ ਰਹਿਣਾ ਸੀਗਾ। ਉਹਨਾਂ ਦਾ ਜਿਹੜਾ ਹੈਗਾ ਕਿਸਾਨਾਂ ਨੂੰ ਵੀ ਫਾਇਦਾ ਹੋਣਾ ਸੀਗਾ, ਪੰਜਾਬ ਦੇ ਲੋਕਾਂ ਨੂੰ ਵੀ ਫਾਇਦਾ ਹੋਣਾ ਸੀਗਾ। ਪਰ ਉਹਨਾਂ ਨੇ ਇੱਕ ਫੈਸਲਾ ਲਿਆ ਹੈ, ਤਾਂ ਹੁਣ ਉਹਨਾਂ ਦੀ ਆਪਣੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਉਹਨਾਂ ਦੀ ਆਪਣੀ ਮਰਜ਼ੀ ਹੈ। ਸੋ ਉਹਦੇ ਮੁਤਾਬਕ ਜੇਕਰ ਉਹਦਾ ਉਹ ਫਾਇਦਾ ਨੁਕਸਾਨ ਦੇਖ ਕੇ ਹੀ ਹੋ ਸਕਦਾ ਹੈ ਕਿ ਇਸ ਚੋਣਾਂ ਦੇ ਵਿੱਚ ਉਹਨਾਂ ਨੇ ਭਾਗ ਲਿਆ ਹੋਵੇ। ਪਰ ਸਮਾਂ ਦੱਸੇਗਾ ਕਿ ਇਹਦਾ ਨਤੀਜਾ ਕਿੱਦਾਂ ਦਾ ਨਿਕਲੇਗਾ। ਜੋ ਆਪਾਂ ਨੂੰ ਲੱਗ ਰਿਹਾ ਹੈ ਕਿ ਨਤੀਜਾ ਇਹਦਾ ਕੋਈ ਬਹੁਤਾ ਵਧੀਆ ਨਿਕਲਦਾ ਨਜ਼ਰ ਨਹੀਂ ਆ ਰਿਹਾ। ਕੋਈ ਉਦਾਂ ਦੀਆਂ ਸੀਟਾਂ ਇਹਨਾਂ ਨੂੰ ਜੇ ਆਪਾਂ ਕਹਾਂਗੇ ਕਿ ਜਿਸ ਕਿਸਮ ਦੇ ਨਾਲ ਸੀਟਾਂ ਉਹਨਾਂ ਨੇ ਉਮੀਦ ਕੀਤੀ ਹੈ ਕਿ ਅਸੀਂ ਸੀਟਾਂ ਕੱਢ ਕੇ ਪੰਜਾਬ ਦੇ ਵਿੱਚ ਸੱਤਾ ਹਾਸਲ ਕਰ ਲਾਂਗੇ, ਇਸ ਤਰ੍ਹਾਂ ਦਾ ਮਾਹੌਲ ਫਿਲਹਾਲ ਕੋਈ ਬਹੁਤਾ ਨਜ਼ਰ ਨਹੀਂ ਆ ਰਿਹਾ। ਗੁਰਪ੍ਰੀਤ ਜੀ, ਬਿਲਕੁਲ ਡਾਕਟਰ ਸਾਹਿਬ, ਜਿਸ ਤਰ੍ਹਾਂ 22 ਜਥੇਬੰਦੀਆਂ ਦੇ ਵੱਲੋਂ ਸਿਆਸਤ ਦੇ ਵਿੱਚ ਕਦਮ ਪੁੱਟਿਆ ਗਿਆ, ਤਾਂ ਲੋਕਾਂ ਦੇ ਵੱਲੋਂ ਵੀ ਕੁਝ ਲੋਕਾਂ ਦੇ ਵੱਲੋਂ ਵੀ ਵਿਰੋਧ ਹੁੰਦਾ ਨਜ਼ਰ ਆਇਆ, ਤਾਂ ਉੱਥੇ ਹੀ ਵਿਰੋਧੀ ਪਾਰਟੀਆਂ ਨੇ, ਜਿਹੜੀਆਂ ਸਿਆਸੀ ਪਾਰਟੀਆਂ ਨੇ, ਉਹ ਵੀ ਵੱਡੇ ਸਵਾਲ ਚੁੱਕਦੀਆਂ ਨਜ਼ਰ ਆਈਆਂ। ਤੇ 2022 ਦੇ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਸੰਯੁਕਤ ਸਮਾਜ ਮੋਰਚੇ ਦੀ ਰਹਿੰਦੀ ਹੈ, ਇਹ ਦੇਖਣ ਵਾਲਾ ਵਿਸ਼ਾ ਹੋਵੇਗਾ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ ਤੇ ਆਪਣੇ ਵਿਚਾਰ ਰੱਖੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਡਾਕਟਰ ਭੀਮਿੰਦਰ ਸਿੰਘ, ਜਿਨ੍ਹਾਂ ਨੇ तमाम ਖਬਰਾਂ ਨੂੰ ਲੈ ਕੇ, तमाम ਸਿਆਸੀ ਮੁੱਦਿਆਂ ਨੂੰ ਲੈ ਕੇ ਆਪਣੇ ਵਿਚਾਰ ਰੱਖੇ, ਵਿਚਾਰ ਚਰਚਾ ਕੀਤੀ। ਤਾਂ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਦਿਓ ਇਜਾਜ਼ਤ, ਧੰਨਵਾਦ।